ਪਹਿਲਾਂ ਇੱਕ ਮਹਿਕਮੇ ਨੂੰ ਬਦਨਾਮ ਕੀਤਾ ਜਾਂਦਾ। ਇੱਕ ਡਿਜ਼ਾਈਨ ਹੁੰਦਾ ਪੂਰਾ, ਇਹ ਪੂਰੀ ਇੱਕ ਸਕੀਮ ਹੁੰਦੀ ਹੈ। ਉਹਨੂੰ ਬਦਨਾਮ ਕਰਕੇ, ਜਿਵੇਂ ਹਸਪਤਾਲ ਵੀ ਤਾਂ ਐਂ ਕੀਤੇ ਸਰਕਾਰੀ, ਵੀ ਉਹਨੂੰ ਬਦਨਾਮ ਕਰ ਦਿਓ, ਪ੍ਰਾਈਵੇਟ ਆ ਜਾਣਗੇ। ਤਾਂ ਇਸ ਕਰਕੇ ਸੈਲੋਜ਼ ਜਿਹੜੇ ਉਹ ਬਣਾਏ, ਉਹ 'ਚ ਥੋੜ੍ਹੀਆਂ ਜਿਹੀਆਂ ਸਹੂਲਤਾਂ ਦੇ ਕੇ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ। ਔਰ ਇਹ ਪੂਰੀ ਕੋਸ਼ਿਸ਼ ਹੈ ਕਿ ਮੰਡੀਆਂ ਨੂੰ ਹੌਲੀ ਹੌਲੀ 2 4 5 10 ਸਾਲਾਂ 'ਚ ਖਤਮ ਕਰ ਦਿੱਤਾ ਜਾਏ। ਇਹ ਉਹਨਾਂ ਨੇ ਜਿਹੜੇ ਸੈਲੋਜ਼ ਬਣਾਏ ਨੇ, ਮੈਂ ਇੱਕ ਹੋਰ ਨੁਕਤਾ ਦੱਸ ਦਿਆਂ, ਇਹ ਉਹਨਾਂ ਨੇ ਕੋਲੋਂ ਪੈਸੇ ਲਾ ਕੇ ਨਹੀਂ ਬਣਾਏ ਹੁੰਦੇ। ਸਰਕਾਰੀ ਬੈਂਕਾਂ ਤੋਂ ਹੀ ਉਹਨਾਂ ਨੇ ਕਰਜ਼ਾ ਲਿਆ ਹੁੰਦਾ, ਸਰਕਾਰ ਤੋਂ ਹੀ ਪੈਸੇ ਲੈ ਕੇ ਬਣਾਏ ਹੁੰਦੇ ਆ। ਸਰਕਾਰ ਦੀ ਮਦਦ ਨਾਲ ਹੀ ਸਟੋਰੇਜ ਕਰਨੀ ਹੁੰਦੀ ਹੈ, ਪਰਚੇਜ਼ ਕਰਨੀ ਹੁੰਦੀ ਹੈ। ਕੱਲ੍ਹ ਨੂੰ ਘਾਟਾ ਪੈ ਗਿਆ ਤਾਂ ਛੱਡ ਕੇ ਚਲੇ ਜਾਣਗੇ, ਆਪਣਾ ਬਿਸਤਰਾ ਗੋਲ ਕਰਕੇ ਉਹ ਜਾਣਗੇ ਕਾਰਪੋਰੇਟ ਜਿਹੜੇ ਨੇ, ਠੀਕ ਹੈ। ਉਹ ਸਾਰਾ ਸਰਕਾਰ ਸਿਰ ਪੈ ਜਾਏਗਾ। ਇਸ ਕਰਕੇ ਬੜੀ ਸੋਚੀ ਸਮਝੀ ਚਾਲ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਚੈਨਲ ਤੇ ਮੈਂ ਹਾਂ ਹਰਸ਼ਪਾਲ ਸੰਧੂ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਬਾਵਾ ਸਿੰਘ, ਜੋ ਕਿ ਕਿਸਾਨੀ ਯੂਨੀਅਨਾਂ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਤੇ ਕਿਸਾਨਾਂ ਦੇ ਅਹਿਮ ਮੁੱਦਿਆਂ ਤੇ ਜਿਹੜੀ ਅਹਿਮ ਚਰਚਾ ਕਰਦੇ ਰਹਿੰਦੇ ਨੇ ਅਤੇ ਕਿਸਾਨੀ ਸੰਘਰਸ਼ ਵਿੱਚ ਵੀ ਇਹਨਾਂ ਦਾ ਜਿਹੜਾ ਅਹਿਮ ਰੋਲ ਰਿਹਾ। ਸੋ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ। ਪ੍ਰੋਫੈਸਰ ਸਾਹਿਬ, ਜੇ ਗੱਲ ਕਰੀਏ ਤਾਂ ਕਿਸਾਨੀ ਦੀ ਜਿਹੜੀ ਕਿਸਾਨੀ ਹੈ ਉਹ ਅੱਜ ਕੱਲ੍ਹ ਲਾਹੇਵੰਦ ਧੰਦਾ ਜਿਹੜਾ ਉਹ ਨਹੀਂ ਰਹੀ। ਜੇ ਗੱਲ ਕਰੀਏ ਤਾਂ ਜਿਹੜੇ ਖਰਚੇ ਨੇ ਉਹ ਵੱਧ ਰਹੇ ਨੇ ਤੇ ਜਿਹੜੀ ਆਮਦਨ ਹੈ ਉਹ ਘਟ ਰਹੀ ਹੈ। ਤੇ ਦੂਸਰੇ ਪਾਸੇ ਜੇ ਗੱਲ ਕਰੀਏ, ਯੂਐਨਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਅਨਾਜ ਦੀ ਕਮੀ ਉਹ ਦੇਸ਼ ਜਾਂ ਸੰਸਾਰ ਪੱਧਰ ਤੇ ਹੋ ਸਕਦੀ ਹੈ। ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜੇ ਕਿਸਾਨ ਹੈ ਭਾਰਤ ਦੇ ਵਿੱਚ ਵੀ ਜਿਹੜੇ ਕਿਸਾਨੀ ਜਿਹੜੀ ਬਹੁਤੀ ਚੰਗੀ ਨਹੀਂ ਹੈ, ਪਰ ਕਾਰਪੋਰੇਟ ਨੂੰ ਇਹ ਜਿਹੜੀ ਹਥਿਆਉਣ ਦੇ ਵਿੱਚ ਉਹ ਇਸ ਦੇ ਵਿੱਚ ਉਹ ਕਰ ਰਹੇ ਨੇ ਵੀ ਕਾਰਪੋਰੇਟ ਅਸੀਂ ਇਸ ਨੂੰ ਹਥਿਆ ਲਈਏ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੀਏ, ਜੇ ਯੂਐਨਓ ਦੀ ਜਿਹੜੀ ਐਪਰੀਹੈਂਸ਼ਨ ਹੈ ਜੀ, ਉਹਦਾ ਜਿਹੜਾ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਵਗੈਰਾ ਦਾ ਜਿਹੜਾ ਤੋਟ ਆ ਸਕਦੀ ਹੈ, ਉਹ 'ਚ ਕੁਛ ਸੱਚਾਈਆਂ ਹੈਗੀਆਂ। ਕਾਰਨ ਇਹ ਹੈ ਕਿ ਇਸ ਵੇਲੇ ਦੁਨੀਆ ਭਰ ਦੀ ਜਿਹੜੀ ਆਬਾਦੀ ਹੈ ਉਹ ਤਕਰੀਬਨ 7.8 ਅਰਬ ਦੇ ਕਰੀਬ ਹੈ ਜੀ, ਤੇ ਔਰ ਇਹ ਬੜੀ ਵੱਡੀ ਆਬਾਦੀ ਹੈ। ਤਾਂ ਇੰਨੀ ਆਬਾਦੀ ਨੇ ਦੇਖੋ, ਉਹਦੇ ਲਈ ਖਾਣ ਪੀਣ ਲਈ ਖਾਦ ਪਦਾਰਥ ਸਾਰੇ ਜਿਹੜਾ ਸਾਰਾ ਕੁਝ ਦੀ ਕਿੰਨੀ ਜ਼ਰੂਰਤ ਹੈ। ਔਰ ਉਹਦੇ ਵਿੱਚ ਹੋਰ ਵੀ ਖਦਸ਼ਾ ਹੋ ਜਾਂਦਾ ਹੈ ਵੀ ਬਹੁਤ ਵਾਰੀ ਨੈਚੁਰਲ ਕਲੈਮਿਟੀਜ਼ ਜਿਹਨੂੰ ਕਹਿੰਦੇ ਆ, ਕੁਦਰਤੀ ਆਫਤਾਂ ਜਿਹੜੀਆਂ ਉਹ ਕਿਸੇ ਵੇਲੇ ਵੀ ਆ ਸਕਦੀਆਂ ਜੀ। ਹੜ੍ਹ ਆ ਸਕਦੇ ਆ, ਸੋਕਾ ਆ ਸਕਦਾ, ਜਾਂ ਕਿਤੇ ਭੁਚਾਲ ਆ ਸਕਦੇ ਆ, ਜਾਂ ਜਿਵੇਂ ਵਾਰਜ਼ ਹੈ, ਜਿਵੇਂ ਅੱਜ ਕੱਲ੍ਹ ਯੂਕਰੇਨ ਦੀ ਔਰ ਰੂਸ ਦੀ ਵਾਰ ਲੱਗੀ ਹੋਈ ਹੈ ਜੀ। ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਤਾਂ ਖੇਤੀ ਦੀ ਪ੍ਰੋਡਿਊਸ ਜਿਹੜੀ ਆ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ। ਇਸ ਕਰਕੇ ਯੂਐਨਓ ਦਾ ਖਦਸ਼ਾ ਵੀ ਠੀਕ ਹੈ ਵੀ ਇਹ ਭਾਣੇ ਵਾਪਰ ਸਕਦੇ ਨੇ। ਪੁਰਾਣੇ ਜ਼ਮਾਨੇ 'ਚ ਵੀ ਕਾਲ ਪੈ ਜਾਂਦੇ ਸੀ, ਤਾਂ ਉਦੋਂ ਵੀ ਅਨਾਜ ਦੀ ਲੋੜ ਤਾਂ ਰਹਿੰਦੀ ਹੈ ਜੀ। ਇਸੇ ਕਰਕੇ ਇਹ ਜਿਹੜੇ ਹੈ ਇਹ ਖਦਸ਼ਾ ਜਿਹੜਾ ਉਹ ਲੋਕਾਂ ਨੂੰ ਠੀਕ ਲੱਗਦਾ। ਫਿਰ ਦੂਜਾ ਸਵਾਲ ਤੁਹਾਡਾ, ਦੂਜਾ ਪਾਰਟ ਇਹ ਹੈ ਵੀ ਇਹ ਹੈ ਤਾਂ ਘਾਟੇਵੰਦਾ ਜਿਹਨੂੰ ਕਿਹਾ ਜਾਂਦਾ ਵੀ ਇਹ ਖੇਤਰ ਹੈ ਜੀ, ਇਹਦੇ 'ਚ ਕਾਰਪੋਰੇਟ ਸੈਕਟਰ ਕਿਉਂ ਆਉਣਾ ਚਾਹੁੰਦਾ? ਅਸਲ 'ਚ ਘਾਟੇਵੰਦਾ ਸੌਦਾ ਹੈ ਨਹੀਂ, ਘਾਟੇਵੰਦਾ ਇਹ ਖੇਤਰ ਨਹੀਂ ਹੈ। ਇਹਨੂੰ ਘਾਟੇਵੰਦਾ ਬਣਾਇਆ ਹੋਇਆ ਕਿਸ ਨੇ? ਇਸ ਨੂੰ ਉਹ ਸਰਕਾਰਾਂ ਨੇ ਬਣਾਇਆ ਹੋਇਆ। ਨੀਤੀਆਂ ਐਸੀਆਂ ਐਗਰੀਕਲਚਰ ਦੇ ਵਿੱਚ ਜਿਹੜੀਆਂ ਲਾਗੂ ਕੀਤੀਆਂ ਜਾਂਦੀਆਂ, ਉਹਨਾਂ ਦੇ ਵਿੱਚ ਘਾਟਾ ਹੈ, ਖੇਤੀ 'ਚ ਘਾਟਾ ਨਹੀਂ ਹੈ। ਕਿਉਂਕਿ ਕਾਰਪੋਰੇਟ ਮੀਨਸ ਪ੍ਰੋਫਿਟ। ਕਾਰਪੋਰੇਟ ਕੰਪਨੀਆਂ, ਕੋਈ ਉਹ ਘਰਾਣਾ, ਕੋਈ ਭਾਵੇਂ ਉਹ ਬਿਜ਼ਨਸ ਹਾਊਸ ਹੈ ਕੋਈ ਵੱਡਾ, ਕਾਰਪੋਰੇਟ ਕਦੇ ਵੀ ਉੱਥੇ ਖਰਚ ਨਹੀਂ ਕਰਦਾ ਜਿੱਥੇ ਪ੍ਰੋਫਿਟ ਨਾ ਹੋਵੇ ਜੀ। ਉਹਨੂੰ ਪਤਾ ਹੈ ਕਿ ਇਹ 'ਚ ਪ੍ਰੋਫਿਟ ਹੈ। ਇਹ ਬਹੁਤ ਵੱਡਾ ਖੇਤਰ ਹੈ, ਇਹ 'ਚ ਇਕੱਲਾ ਐਗਰੀਕਲਚਰ ਨਹੀਂ, ਉਹਦੇ ਨਾਲ ਕਿੰਨਾ ਕੁਝ ਜੁੜਿਆ ਹੋਇਆ। ਉਹਦੇ ਨਾਲ ਕਿੰਨੀ ਮਸ਼ੀਨਰੀ ਜੁੜੀ ਹੋਈ ਹੈ, ਕਿੰਨੀਆਂ ਉਹਦੇ ਨਾਲ ਪੈਸਟੀਸਾਈਡ ਦੀ ਇੰਡਸਟਰੀ ਹੈ, ਕਿੰਨੀ ਇਨਸੈਕਟੀਸਾਈਡ ਦੀ ਇੰਡਸਟਰੀ ਹੈ, ਕਿੰਨੀ ਉਹਦੇ ਨਾਲ ਜਿਹਨੂੰ ਆਪਾਂ ਕਹਿੰਦੇ ਹਾਂ ਫਰਟੀਲਾਈਜ਼ਰ ਦੀ ਹੈ, ਕਿੰਨਾ ਉਹਦੇ ਨਾਲ ਜਿਹੜੀਆਂ ਜਿਹੜੀ ਊਰਜਾ ਪੈਦਾ ਕਰਨ ਵਾਲੇ ਹਨ, ਥਰਮਲ ਪਲਾਂਟਸ ਨੇ, ਸਾਰਾ ਕੁਛ। ਇਹ ਬਹੁਤ ਵੱਡਾ ਖੇਤਰ ਹੈ। ਤਾਂ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਗਰੀਕਲਚਰ ਦੀ ਮਹੱਤਤਾ ਵਧਣੀ ਹੈ, ਇਹਦੀ ਲੋੜ ਜ਼ਿਆਦਾ ਹੈ। ਐਡਾ ਵੱਡਾ ਖੇਤਰ ਹੈ, ਇਹਨਾਂ ਸਾਰਿਆਂ ਖੇਤਰ ਦੇ ਵਿੱਚੋਂ ਇਨਵੈਸਟਮੈਂਟ ਕਰਨਗੇ, ਇਨਵੈਸਟਮੈਂਟ ਉਹ ਪ੍ਰੋਫਿਟ ਲਈ ਕਰਨਗੇ। ਇਸ ਕਰਕੇ ਇਹਦੇ ਵਿੱਚ ਆਉਣਾ ਚਾਹੁੰਦੇ ਆ, ਇਸ ਕਰਕੇ ਇਹਨੂੰ ਹਥਿਆਉਣਾ ਚਾਹੁੰਦੇ ਆ ਜੀ। ਪ੍ਰੋਫੈਸਰ ਸਾਹਿਬ, ਜੇ ਗੱਲ ਕਰੀਏ ਤਾਂ ਕਿਸਾਨ ਯੂਨੀਅਨਾਂ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾਂਦਾ ਵੀ ਜਿਹੜੇ ਪੰਜਾਬ ਜਾਂ ਦੇਸ਼ ਦੇ ਵਿੱਚ ਵੀ ਜਿਹੜੇ ਸੈਲੋ ਬਣਾਏ ਜਾ ਰਹੇ ਨੇ, ਇਸ ਨਾਲ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਦੇ ਆਉਣ ਨਾਲ ਇਹ ਮੰਡੀਆਂ ਖਤਮ ਹੋ ਸਕਦੀਆਂ ਨੇ? ਇਹ ਵੀ ਕਿਸਾਨਾਂ ਦਾ ਜਿਹੜਾ ਇਹ ਡਰ ਹੈ ਨਾ, ਇਹ ਤੌਖਲਾ ਵੀ ਠੀਕ ਹੈ ਜੀ। ਉਹ ਇਸ ਕਰਕੇ ਠੀਕ ਹੈ ਕਿ ਜਿਹੜੇ ਸਾਈਲੋਜ਼ ਭਲਾ ਕੀ ਹੈ,
ਸਾਈਲੋਜ਼ ਇੱਕ ਮਾਡਰਨ, ਜਿਹਨੂੰ ਆਪਾਂ ਕਹਿ ਲਓ ਕਿ ਸਟੋਰੇਜ ਦਾ, ਜੀ ਜਿਵੇਂ ਆਪਣੇ ਗੋਦਾਮ ਨਹੀਂ ਸੀ ਹੁੰਦੇ FCI ਦੇ ਬਣੇ ਹੋਏ, ਇਹ ਮਾਡਰਨ ਟੈਕਨੋਲੋਜੀ ਦੇ ਨਾਲ ਲੇਟੈਸਟ ਜਿਹੜੀਆਂ ਟੈਕਨੀਕਸ ਆ ਉਹਦੇ ਨਾਲ ਬਣੇ ਹੋਏ ਸਟੋਰੇਜ ਭੰਡਾਰ ਨੇ ਜੀ। ਔਰ ਕਿਸਾਨਾਂ ਨੇ ਜਦੋਂ ਐਤਕਾਂ ਨੋਟ ਕੀਤਾ ਕਿ ਕੁਝ ਥਾਵਾਂ ਤੇ ਕਿਸਾਨਾਂ ਦੇ ਉੱਤੇ ਦਬਾਅ ਪਾਇਆ ਗਿਆ ਕਿ ਮੰਡੀ ਜਿਹੜੀ ਹੈ, ਪਿੰਡਾਂ 'ਚ ਛੋਟੀਆਂ ਮੰਡੀਆਂ ਨਹੀਂ ਹੁੰਦੀਆਂ, ਕੁਝ ਤਾਂ ਵੱਡੀਆਂ ਹੁੰਦੀਆਂ, ਕੁਝ ਛੋਟੀਆਂ ਹੁੰਦੀਆਂ ਸੀਜ਼ਨਲ, ਜੀ ਕੁਝ ਥਾਵਾਂ ਤੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਸੈਲੋਜ਼ ਜਾ ਕੇ ਸਿੱਧਾ ਤੁਸੀਂ ਉੱਥੇ ਇਹ ਵੇਚੋ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਸੈਲੋਜ਼ ਆ ਉਹ ਪ੍ਰਾਈਵੇਟ ਹੈ ਜੀ। ਇਹ ਹੈਗੇ AALL ਇਸ ਨੂੰ ਕਿਹਾ ਜਾਂਦਾ, ਇਹ ਹੈਗਾ ਅਡਾਨੀ ਗਰੁੱਪ ਦੇ ਜਿਹੜੇ ਨੇ ਲੌਜਿਸਟਿਕਸ ਐਂਡ ਲਿਮਟਿਡ, ਉਹਦੇ ਵੱਲੋਂ ਬਣੇ ਹੋਏ ਆ। ਤਾਂ ਉਹ ਜਿਵੇਂ ਆਪਣਾ ਇੱਕ ਮੋਗੇ ਕੋਲ ਬਣਿਆ ਹੋਇਆ ਹੈ, ਹੋਰ ਸ਼ਾਇਦ ਬਠਿੰਡੇ 'ਚ ਹੈ ਜਾਂ ਕੁਛ ਇਸ ਥਾਵਾਂ ਤੇ ਹੈ, ਉਹਨਾਂ ਦੀ ਸਟੋਰੇਜ ਦੀ ਕਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਉੱਥੇ ਕਿਸਾਨਾਂ ਨੂੰ ਇੱਧਰ ਨੂੰ ਇਹ ਪਾਇਆ ਗਿਆ ਕਿ ਤੁਸੀਂ ਜੇ ਉੱਥੇ ਆ ਕੇ ਵੇਚੋਗੇ ਤਾਂ ਤੁਹਾਨੂੰ ਫੈਸਿਲਿਟੀਜ਼ ਵੀ ਮਿਲਣਗੀਆਂ ਔਰ ਥੋੜ੍ਹਾ ਜਿਹਾ ਵੱਧ ਭਾਅ ਵੀ ਮਿਲੇਗਾ। ਇਹ ਉਹਨਾਂ ਨੂੰ ਜਿਹਨੂੰ ਆਪਾਂ ਕਹਿੰਦੇ ਨਾ ਲਿਓਰ ਕਰਨਾ, ਜਿਹਨੂੰ ਆਪਾਂ ਜਾਲ ਵਿੱਚ ਫਸਾਉਣ ਵਾਲੀ ਚਾਲ ਹੁੰਦੀ ਹੈ ਜੀ। ਉਹ 1 ਸਾਲ ਜਾਂ 2 ਸਾਲ ਜਾਂ 3 ਸਾਲ ਥੋੜ੍ਹਾ ਥੋੜ੍ਹਾ ਉਹਨੂੰ ਦੇ ਦੇਣਗੇ ਪ੍ਰੋਫਿਟ ਵੀ ਉਹਨੇ ਕੋਲੋਂ ਨਹੀਂ ਦੇਣਾ, ਕਿਉਂਕਿ ਜਿਹੜਾ ਮੰਡੀ ਨੂੰ ਦੇਣਾ ਸੀ ਜਾਂ ਜਿਹੜਾ ਸਟੇਟ ਗਵਰਨਮੈਂਟ ਨੂੰ ਦੇਣਾ ਪੈਂਦਾ ਸੀ 3% ਜਿਹੜਾ ਸੀ ਮਾਰਕੀਟ ਕਮੇਟੀ ਨੂੰ ਦੇਣਾ ਪੈਂਦਾ ਸੀ, ਉਹ ਹੀ ਕੱਟ ਕੇ ਉਹਨਾਂ ਨੇ ਦੇ ਦੇਣਾ ਜੀ। ਇਸ ਕਰਕੇ ਉਹ ਇਹਨਾਂ ਨੂੰ ਕਿਸਾਨਾਂ ਨੂੰ ਫਸਾਉਣ ਵਾਲੀ ਗੱਲ ਸੀ। ਔਰ ਦੂਸਰਾ ਇਹ ਸੀ ਇਨਡਾਇਰੈਕਟਲੀ ਇਹ ਮਾਰਕੀਟ ਸਿਸਟਮ ਨੂੰ ਤੋੜਨ ਵਾਲੀ ਬਾਤ ਹੈ। ਤੁਹਾਨੂੰ ਇੱਕ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇਸ ਵੇਲੇ ਪੰਜਾਬ ਦਾ ਮਾਰਕੀਟ ਸਿਸਟਮ ਹੈ, ਜਿਹੜਾ ਥੋੜ੍ਹੇ ਜਿਹੇ ਖੇਤਰਾਂ ਚੱਲਦਾ, ਹਰਿਆਣੇ 'ਚ ਹੈ, ਪੰਜਾਬ 'ਚ ਹੈ, ਇਹ ਏਸ਼ੀਆ ਤੱਕ ਹੀ ਇਹ ਵਰਲਡ ਦੇ ਵਿੱਚ ਬੈਸਟ ਸਿਸਟਮ ਹੈ ਜੀ। ਇੰਨਾ ਵਧੀਆ ਮਾਰਕੀਟ ਸਿਸਟਮ ਦੁਨੀਆ 'ਚ ਕੋਈ ਨਹੀਂ ਹੈ। ਔਰ ਇਹ ਹੁਣ ਤੋਂ ਨਹੀਂ, ਇਹਦੀ ਹਿਸਟਰੀ ਜਿਹੜੀ ਹੈ ਉਹ 1887 ਤੋਂ ਸ਼ੁਰੂ ਹੋਈ ਹੈ। 1887 'ਚ ਪਹਿਲਾਂ ਰੈਗੂਲੇਟਡ ਮੰਡੀ ਜਿਹੜੀ ਸੀ ਅੰਗਰੇਜ਼ਾਂ ਨੇ ਬਣਾਈ ਸੀ ਹੈਦਰਾਬਾਦ ਕੋਲ। ਉਸ ਤੋਂ ਬਾਅਦ 1939 ਦੇ ਵਿੱਚ ਸਰ ਛੋਟੂ ਰਾਮ ਇੱਕ ਐਕਟ ਲੈ ਕੇ ਆਇਆ ਸੀ, ਇਹ ਉਹ ਜਿਹੜਾ APMC ਐਕਟ ਪਹਿਲਾਂ ਜਿਹਨੂੰ ਕਹਿ ਸਕਦੇ ਉਹਨੂੰ ਮੰਡੀ ਐਕਟ ਹੀ ਕਹਿੰਦੇ ਆ। ਉਸ ਤੋਂ ਬਾਅਦ 1961 ਦੇ ਵਿੱਚ ਐਕਟ ਆਇਆ ਸੀ ਔਰ ਉਸ ਤੋਂ ਬਾਅਦ 2003 ਦੇ ਵਿੱਚ ਜਿਹਨੂੰ APMC ਐਕਟ ਕਹਿੰਦੇ ਆ, ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ। ਔਰ ਇਹ ਜਿਹੜਾ 1961 ਦੇ ਵਿੱਚ ਐਕਟ ਆਇਆ ਸੀ ਉਹਦੀ ਬਹੁਤ ਵੱਡੀ ਹਿਸਟਰੀ ਸੀ, ਕਿਉਂਕਿ ਗ੍ਰੀਨ ਰੈਵੋਲੂਸ਼ਨ ਆ ਰਿਹਾ ਸੀ। ਐਕਟ ਦੇ ਵਿੱਚ ਕੀ ਕਰਨਾ ਹੁੰਦਾ ਕਿ ਪ੍ਰੋਡਿਊਸ ਜਿਹੜੀ ਹੈ ਉਸ ਦੀ ਤੁਸੀਂ ਉਹਦੀ ਖਰੀਦ ਕਰਨੀ ਹੁੰਦੀ ਹੈ, ਉਹਦੀ ਸਟੋਰੇਜ ਕਰਨੀ ਹੁੰਦੀ ਹੈ, ਉਹਦੀ ਪ੍ਰੋਸੈਸਿੰਗ ਕਰਨੀ ਹੁੰਦੀ ਹੈ, ਕਿਉਂਕਿ ਕਿਸੇ ਵੀ ਮੁਲਕ ਨੂੰ ਆਉਣ ਵਾਲੇ ਸਮੇਂ 'ਚ ਧਿਆਨ ਰੱਖ ਕੇ 3 ਸਾਲ ਦੀ ਸਟੋਰੇਜ ਕਰਨੀ ਪੈਂਦੀ ਹੈ ਜੀ ਮਿਨੀਮਮ, ਵੀ 3 ਸਾਲ ਲਈ ਕਿਸੇ ਵੀ ਵਿਪਤਾ ਕਰਕੇ ਜਿਹੜਾ ਹੋ ਸਕਦਾ ਖੇਤੀ ਨਾ ਹੋਵੇ ਜਾਂ ਪ੍ਰੋਡਕਸ਼ਨ ਘੱਟ ਹੋਵੇ, ਤਾਂ 3 ਸਾਲ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਸਟੋਰੇਜ ਕਰਕੇ ਰੱਖਣੀ ਹੁੰਦੀ ਹੈ। ਪਹਿਲਾਂ ਜਿਹੜਾ ਸਾਡਾ ਮਾਰਕੀਟ ਸਿਸਟਮ ਸੀ ਉਹਦੇ 'ਚ ਤੁਸੀਂ ਦੇਖਿਆ ਹੋਣਾ ਗੋਦਾਮ ਬਣੇ ਹੋਏ ਸੀ ਵੱਡੇ ਵੱਡੇ। ਤਾਂ ਇਹਨਾਂ ਨੇ ਕੀ ਕੀਤਾ ਸੀ, 2006 ਦੇ ਵਿੱਚ ਇੱਕ ਸ਼ਾਂਤਾ ਕਾਮਾਰ ਕਮੇਟੀ ਬਣੀ ਸੀ ਜਿਸ ਨੇ ਟੇਢੇ ਢੰਗ ਨਾਲ ਇਹ ਕਹਿਣਾ ਸ਼ੁਰੂ ਕਰਤਾ ਕਿ FCI ਦਾ ਸਟੋਰੇਜ ਸਿਸਟਮ ਜਿਹੜਾ ਹੈ, FCI ਦੀ ਵਰਕਿੰਗ ਜਿਹੜੀ ਹੈ ਉਹ ਸੰਤੁਸ਼ਟੀ ਵਾਲੀ ਨਹੀਂ, ਉਹਦੇ ਵਿੱਚ ਬੜੀਆਂ ਕਮੀਆਂ। ਉਹਨੇ ਰਾਹ ਖੋਲ੍ਹਤਾ ਸੀ ਕਿ ਪ੍ਰਾਈਵੇਟ ਪਲੇਅਰ ਆਉਣਗੇ, ਪ੍ਰਾਈਵੇਟ ਜਿਹੜੇ ਸੀ ਅਡਾਨੀ ਵਰਗੇ ਆ ਗਏ, ਉਹਨਾਂ ਨੇ ਮਾਡਰਨ ਟੈਕਨੀਕ ਦੇ ਸੈਲੋਜ਼ ਬਣਾਤੇ ਜਿਹਦੇ ਵਿੱਚ ਲੱਖਾਂ ਟਨ ਜਿਹੜੇ ਅਨਾਜ ਹੈ ਉਹ ਸਟੋਰ ਕੀਤਾ ਜਾ ਸਕਦਾ ਹੈ। ਹੁਣ ਸਵਾਲ ਇੱਥੇ ਇਹ ਨਹੀਂ ਹੈ ਵੀ ਸੈਲੋਜ਼ ਚਾਹੀਦੇ ਆ, ਸੈਲੋਜ਼ ਮੀਨਸ ਕਿ ਮਾਡਰਨ ਟੈਕਨੀਕ ਨਾਲ ਜਿਹੜੀ ਸਟੋਰੇਜ ਹੈ, ਲੇਕਿਨ ਇਹ ਕਿਉਂਕਿ ਆਪਾਂ ਹੀ ਕਹਿੰਦੇ ਰਹੇ ਨਾ ਵੀ ਉਹ ਗਲ ਜਾਂਦਾ, ਸੜ ਜਾਂਦਾ ਸਟੋਰਾਂ 'ਚ। ਸਰਕਾਰ ਨੇ ਧੱਕੇ ਨਾਲ ਉਹ ਸੜਨ ਦਿੱਤਾ, ਸਰਕਾਰ ਨੇ ਧੱਕੇ ਨਾਲ ਉਹ ਅਨਾਜ ਗਲਣ ਦਿੱਤਾ, ਸਰਕਾਰ ਨੇ FCI ਨੂੰ ਬਦਨਾਮ ਕਰਨਾ ਸੀ, ਸਰਕਾਰ ਨੇ ਲੋਕਾਂ ਨੂੰ ਵਿਖਾਉਣਾ ਸੀ ਆਹ ਦੇਖੋ ਬਾਰਿਸ਼ ਦੇ ਵਿੱਚ ਅਨਾਜ ਭੇਜ ਰਿਹਾ। ਲੋੜ ਤਾਂ ਇਹ ਸੀ ਕਿ ਸਮੇਂ ਦੇ ਬਦਲਣ ਦੇ ਨਾਲ ਮਾਡਰਨ ਟੈਕਨੀਕ ਦੇ ਨਾਲ ਜਿਹੜੇ ਗੋਦਾਮ ਨੇ ਬਣਾਏ ਜਾਂਦੇ, ਉਧਰ ਬਣਾਏ ਨਹੀਂ, FCI ਨੂੰ ਬਦਨਾਮ ਕਰਤਾ ਤੇ ਇੱਧਰ ਕਹਿਤਾ ਜੀ ਆ ਦੇਖੋ ਕਿੰਨੀ ਵਧੀਆ ਸਟੋਰੇਜ ਜਿਹੜੀ ਹੋ ਸਕਦੀ ਹੈ। ਇਸ ਕਰਕੇ ਬਹਾਨੇ ਨਾਲ ਪਹਿਲਾਂ ਇੱਕ ਮਹਿਕਮੇ ਨੂੰ ਬਦਨਾਮ ਕੀਤਾ ਜਾਂਦਾ, ਇੱਕ ਡਿਜ਼ਾਈਨ ਹੁੰਦਾ ਪੂਰਾ, ਇਹ ਪੂਰੀ ਇੱਕ ਸਕੀਮ ਹੁੰਦੀ ਹੈ, ਉਹਨੂੰ ਬਦਨਾਮ ਕਰਕੇ, ਜਿਵੇਂ ਹਸਪਤਾਲ ਵੀ ਤਾਂ ਐਂ ਕੀਤੇ ਸਰਕਾਰੀ ਵੀ ਉਹਨੂੰ ਬਦਨਾਮ ਕਰ ਦਿਓ ਪ੍ਰਾਈਵੇਟ ਆ ਜਾਣਗੇ। ਤਾਂ ਇਸ ਕਰਕੇ ਸੈਲੋਜ਼ ਜਿਹੜੇ ਉਹ ਬਣਾਏ ਉਹ 'ਚ ਥੋੜ੍ਹੀਆਂ ਜਿਹੀਆਂ ਸਹੂਲਤਾਂ ਦੇ ਕੇ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ ਔਰ ਇਹ ਪੂਰੀ ਕੋਸ਼ਿਸ਼ ਹੈ ਕਿ ਮੰਡੀਆਂ ਨੂੰ ਹੌਲੀ ਹੌਲੀ 2, 4, 5, 10 ਸਾਲਾਂ 'ਚ ਖਤਮ ਕਰ ਦਿੱਤਾ ਜਾਏ। ਇਹ ਉਹਨਾਂ ਨੇ ਜਿਹੜੇ ਸੈਲੋਜ਼ ਬਣਾਏ ਨੇ, ਮੈਂ ਇੱਕ ਹੋਰ ਨੁਕਤਾ ਦੱਸ ਦਿਆਂ, ਇਹ ਉਹਨਾਂ ਨੇ ਕੋਲੋਂ ਪੈਸੇ ਲਾ ਕੇ ਨਹੀਂ ਬਣਾਏ ਹੁੰਦੇ, ਸਰਕਾਰੀ ਬੈਂਕਾਂ ਤੋਂ ਹੀ ਉਹਨਾਂ ਨੇ ਕਰਜ਼ਾ ਲਿਆ ਹੁੰਦਾ, ਸਰਕਾਰ ਤੋਂ ਹੀ ਪੈਸੇ ਲੈ ਕੇ ਬਣਾਏ ਹੁੰਦੇ ਆ, ਸਰਕਾਰ ਦੀ ਮਦਦ ਨਾਲ ਹੀ ਸਟੋਰੇਜ ਕਰਨੀ ਹੁੰਦੀ ਹੈ, ਪਰਚੇਜ਼ ਕਰਨੀ ਹੁੰਦੀ ਹੈ।
ਕੱਲ ਨੂੰ ਘਾਟਾ ਪੈ ਗਿਆ ਤਾਂ ਛੱਡ ਕੇ ਚਲੇ ਜਾਣਗੇ, ਆਪਣਾ ਬਿਸਤਰਾ ਗੋਲ ਕਰਕੇ ਉਹ ਜਾਣਗੇ ਕਾਰਪੋਰੇਟ ਜਿਹੜੇ ਨੇ, ਠੀਕ ਹੈ, ਉਹ ਸਾਰਾ ਸਰਕਾਰ ਸਿਰ ਪੈ ਜਾਏਗਾ। ਇਸ ਕਰਕੇ ਬੜੀ ਸੋਚੀ ਸਮਝੀ ਚਾਲ ਹੈ। ਪ੍ਰੋਫੈਸਰ ਸਾਹਿਬ ਤੁਸੀਂ ਕਹਿ ਰਹੇ ਹੋ ਜਿਵੇਂ ਵੀ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਸਰਕਾਰ ਤੋਂ ਹੀ ਪੈਸਾ ਲੈ ਕੇ ਵੀ ਇਹ ਜਿਹੜੇ ਸੀਲੋ ਵਗੈਰਾ ਜਿਹੜੇ ਬਣਾਏ ਜਾ ਰਹੇ ਨੇ, ਕੀ ਸਰਕਾਰ ਨਹੀਂ ਇਸ ਚੀਜ਼ ਬਣਾ ਸਕਦੀ ਕਿ ਤਾਂ ਕਿ ਜਿਹੜੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋ ਸਕੇ? ਬਹੁਤ ਵਧੀਆ ਤੁਸੀਂ ਸਵਾਲ ਕਰ ਰਹੇ ਹੋ ਜੀ। ਸਰਕਾਰ ਤਾਂ ਬਣਾਏਗੀ ਨਾ ਜੇ ਉਹਦੀ ਨੀਤ ਹੋਵੇ। ਜਦੋਂ ਨੀਤ ਔਰ ਨੀਤੀਆਂ ਦੋਨੋਂ ਨੀਤੀਆਂ ਬਣਦੀਆਂ ਨੇ ਨੀਤ ਨਾਲ ਜੀ। ਨੀਅਤ ਪਹਿਲੇ ਇਹ ਹੈ ਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਕਿ ਅਸੀਂ ਕਾਰਪੋਰੇਟ ਸੈਕਟਰ ਦੀ ਮਦਦ ਕਰਨੀ ਹੈ। ਉਹ ਸਰਕਾਰੀ ਮਹਿਕਮੇ ਹੋਣ, ਭਾਵੇਂ ਸਰਕਾਰੀ ਸਕੂਲ ਹੈ, ਭਾਵੇਂ ਸਰਕਾਰੀ ਕਾਲਜ ਹੈ, ਭਾਵੇਂ ਸਰਕਾਰੀ ਯੂਨੀਵਰਸਿਟੀਆਂ, ਭਾਵੇਂ ਸਰਕਾਰੀ ਹਸਪਤਾਲ ਹੈ, ਭਾਵੇਂ ਉਹ ਸਰਕਾਰੀ ਜਿਹੜੀਆਂ ਆਪਣਾ ਮੰਡੀਆਂ ਹੈ, ਭਾਵੇਂ ਉਹ ਸਰਕਾਰੀ ਜਿਹੜੀਆਂ ਅਰਧ ਸਰਕਾਰੀ FCI ਵਰਗੇ ਮਾਰਕਫੈਡ ਵਰਗੇ ਹੈ। ਜਦੋਂ ਸਾਰਾ ਸਿਸਟਮ ਹੀ ਡਿਸਮੈਂਟਲ ਕੀਤਾ ਜਾ ਰਿਹਾ ਤਾਂ ਆਪਾਂ ਤਾਂ ਸਗੋਂ ਇਹੋ ਹੀ ਚਾਹੁੰਦੇ ਹਾਂ, ਲੋਕ ਵੀ ਇਹੀ ਚਾਹੁੰਦੇ ਨੇ, ਸਰਕਾਰ ਵੀ, ਕਿਸਾਨ ਵੀ ਇਹੋ ਹੀ ਮੰਗ ਕਰਦੇ ਨੇ ਕਿ ਸਰਕਾਰ ਅੱਗੇ ਆਵੇ। ਦੇਖੋ ਮੈਂ ਇੱਕ ਨੁਕਤਾ ਨਿੱਕਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਜਦੋਂ ਗ੍ਰੀਨ ਰੈਵੋਲੂਸ਼ਨ ਹੋਇਆ ਉਦੋਂ ਪੂਰਾ ਇੱਕ ਪੈਕੇਜ ਆਇਆ ਸੀ। ਪੈਕੇਜ ਕੀ ਆਇਆ ਸੀ? ਇਹ 65-66 ਚ ਆਉਂਦਾ ਗ੍ਰੀਨ ਰੈਵੋਲੂਸ਼ਨ। 1961 ਦੇ ਵਿੱਚ ਜਿਹੜਾ ਐਕਟ ਬਣਿਆ ਸੀ APMC ਐਕਟ, ਉਹ ਇਸ ਕਰਕੇ ਬਣਿਆ ਸੀ ਕਿ ਆਪਾਂ ਸਿਸਟਮ ਲੈ ਕੇ ਆ ਰਹੇ ਹਾਂ, ਉਦੋਂ ਪਹਿਲਾਂ ਇਨਫਰਾਸਟ੍ਰਕਚਰ ਬਣਾਉਣਾ ਹੁੰਦਾ। ਉਦੋਂ ਪਹਿਲਾਂ ਹੀ ਮੰਡੀਆਂ ਬਣੀਆਂ, ਉਦੋਂ ਪਹਿਲਾਂ ਹੀ ਇੱਥੇ ਬੈਂਕ ਖੋਲ੍ਹ ਦਿੱਤੇ ਗਏ, ਉਦੋਂ ਪਹਿਲਾਂ ਹੀ ਇੱਥੇ ਸੜਕਾਂ ਵੀ ਛੋਟੀਆਂ ਮੋਟੀਆਂ ਬਣਾ ਲਈਆਂ, ਪਹਿਲਾਂ ਹੀ ਇੱਥੇ ਗੋਦਾਮ ਬਣਾ ਲਏ ਸੀ, ਪਹਿਲਾਂ ਹੀ ਇੱਥੇ ਜਿਹੜਾ ਸਟੋਰੇਜ ਕਰਨ ਦਾ, ਪ੍ਰੋਸੈਸਿੰਗ ਕਰਨ, ਇਹ ਸਾਰਾ ਕੁਝ ਪਹਿਲਾਂ ਕਰ ਲਿਆ ਜਾਂਦਾ। ਇਸੇ ਤਰ੍ਹਾਂ ਹੀ ਹੁਣ ਸਰਕਾਰ ਨੇ ਅਗਰ ਕਿਸਾਨ ਬਚਾਉਣੇ ਹੈ, ਸਰਕਾਰ ਨੇ ਅਗਰ ਸਟੋਰੇਜ ਕਰਨੀ ਹੈ, ਤਾਂ ਇਹ ਪੂਰਾ ਇੱਕ ਮਾਡਲ ਲੈ ਕੇ ਆਉਣ ਕਿ ਸਟੋਰੇਜ ਸਿਸਟਮ ਬਿਲਕੁਲ ਨਵਾਂ ਬਣੇਗਾ, ਪੁਰਾਣਾ ਕੰਮ ਨਹੀਂ ਕਰਦਾ। ਮੰਡੀਆਂ ਦੇ ਵਿੱਚ ਬੜੇ ਸੁਧਾਰ ਕਰਨ ਵਾਲੇ ਨੇ, ਉਹ ਕਰਨ ਦੀ ਲੋੜ ਹੈ। ਇਸ ਕਰਕੇ ਪਰਚੇਜ਼ ਕਿਵੇਂ ਕਰਨੀ ਹੈ, ਸਟੋਰੇਜ ਕਿਵੇਂ ਕਰਨੀ ਹੈ, ਪ੍ਰੋਸੈਸਿੰਗ ਕਿਵੇਂ ਕਰਨੀ ਹੈ। ਹੁਣ ਸਰਕਾਰ ਨੇ ਅਗਰ ਝੋਨੇ ਔਰ ਕਣਕ ਤੋਂ, ਕੱਲੀ ਝੋਨੇ ਕਣਕ ਦੀ ਸਟੋਰੇਜ ਕਿਉਂ ਜੀ, ਫਰੂਟਸ ਦੀ ਕਿਉਂ ਨਹੀਂ? ਕਿੰਨੂ ਨੇ ਸਾਡੇ ਕਿੰਨੇ ਖਰਾਬ ਹੁੰਦੇ ਆ, ਕਿੰਨੀਆਂ ਦਾਲਾਂ ਨੇ ਉਹ ਖਰਾਬ ਹੋ ਜਾਂਦੀਆਂ, ਜਿਹੜੀਆਂ ਜਿਹੜੀਆਂ ਕੁਝ ਵੈਜੀਟੇਬਲਸ ਹੈ, ਕੁਝ ਤਾਂ ਚਲੋ ਪੈਰੀਸ਼ੇਬਲ ਹੈ, ਉਹ ਨਹੀਂ ਸਟੋਰ ਹੋ ਸਕਦੀਆਂ ਜੀ। ਆਲੂ ਤਾਂ ਸਟੋਰ ਹੋ ਸਕਦੇ ਆ ਈਜ਼ੀਲੀ, ਪਿਆਜ਼ ਸਟੋਰ ਹੋ ਸਕਦੇ ਆ ਈਜ਼ੀਲੀ। ਤਾਂ ਨਵਾਂ ਸਟੋਰੇਜ ਸਿਸਟਮ ਸਗੋਂ ਸਰਕਾਰ ਲੈ ਕੇ ਆਵੇ। ਹੁਣ ਇਹ ਕੀ ਕਰਨਗੇ ਜਿਹੜੇ ਇਹ ਅਡਾਨੀ ਹੋ ਰਹੀਆਂ, ਇਹਨਾਂ ਨੇ ਜੀ ਇੱਕ ਪਹਿਲਾਂ ਝੂਠ ਮਾਰਿਆ ਕਿ ਇੱਕ ਟਨ ਜਾਂ ਕੁਆਂਟਲ ਅਨਾਜ ਨੂੰ ਸਟੋਰੇਜ ਕਰਨ ਲਈ 400-500 ਰੁਪਇਆ ਖਰਚਾ ਆਉਂਦਾ ਸੰਭਾਲ ਲਈ ਜੀ। ਅਡਾਨੀ ਵਰਗਿਆਂ ਨੇ ਕਹਿਤਾ ਹੁਣ ਅਸੀਂ ਤਾਂ 200 ਰੁਪਇਆ ਸਾਨੂੰ ਦਿਓ ਤਾਂ ਅਸੀਂ ਤਾਂ 200 ਸਟੋਰੇਜ ਕਰ ਲਾਂਗੇ। ਕਿ ਨਵੀਂ ਟੈਕਨੀਕ ਨਾਲ ਨਵੇਂ ਸਟੋਰੇਜ, ਨਵੇਂ ਸੈਲੋਜ਼, ਨਵੇਂ ਇਹ ਜਿਹੜੇ ਵੱਡੇ ਗੋਦਾਮ ਨੇ ਸਰਕਾਰ ਆਪ ਬਣਾਵੇ, ਆਪ ਹੀ ਮੰਡੀਆਂ ਸੰਭਾਲੇ, ਆਪ ਹੀ ਪ੍ਰੋਡਕਸ਼ਨ ਦਾ ਖਿਆਲ ਰੱਖੇ, ਪਰਚੇਜ਼ ਦਾ ਖਿਆਲ ਰੱਖੇ, ਡਿਸਟ੍ਰੀਬਿਊਸ਼ਨ ਦਾ ਖਿਆਲ ਰੱਖੇ, MSP ਦੇਵੇ, ਹੋਰਾਂ ਫਸਲਾਂ 'ਤੇ ਦੇਵੇ। ਟੋਟਲ ਮਾਡਲ ਜਿਹੜਾ ਪੁਰਾਣਾ ਜਿਹੜਾ ਉਹ ਚੇਂਜ ਕਰਕੇ ਨਵਾਂ ਲੈ ਕੇ ਆਵੇ, ਸਰਕਾਰ ਲੈ ਕੇ ਆਵੇ, ਸਰਕਾਰ ਹੀ MSP ਦੇਵੇ। 61 'ਚ ਵੀ ਸਰਕਾਰ ਨੇ ਦਿੱਤੀ ਸੀ ਜੀ, ਹੁਣ ਫਿਰ ਸਰਕਾਰ ਦੇਵੇ, ਉਹਨਾਂ ਫਸਲਾਂ 'ਤੇ ਦੇਵੇ ਜਿਹੜੀਆਂ ਫਸਲਾਂ ਜਿਹੜੀਆਂ ਨੇ ਉਹ ਬੀਜਣੀਆਂ ਚਾਹੀਦੀਆਂ। ਹੁਣ ਇਹ ਕਹੀ ਤਾਂ ਜਾਂਦੇ ਆ ਕਿ ਅਸੀਂ ਡਾਈਵਰਸੀਫਿਕੇਸ਼ਨ ਪੂਰਾ ਸਿਸਟਮ ਲੈ ਕੇ ਆਓ ਨਾ। ਜਿਵੇਂ ਪਹਿਲਾਂ ਜਦੋਂ ਕਣਕ ਝੋਨਾ ਲੈ ਕੇ ਆਉਂਦਾ ਸੀ ਤੁਸੀਂ ਕਰੋੜਾਂ ਰੁਪਈਆ ਖਰਚਿਆ, ਅਰਬਾਂ, ਤਾਂ ਮਾਡਲ ਲਾਗੂ ਹੋਇਆ। ਇਵੇਂ ਹੁਣ ਜਿਹੜਾ ਲਾਗੂ ਕਰਨਾ ਹੈ ਸਰਕਾਰ ਨੂੰ ਅੱਗੇ ਆ ਕੇ ਆਉਣਾ ਚਾਹੀਦਾ ਜੀ। ਪ੍ਰੋਫੈਸਰ ਸਾਹਿਬ ਜੇ ਮੰਡੀਆਂ ਖਤਮ ਹੁੰਦੀਆਂ ਨੇ ਜੀ, ਇਹ ਸੈਲੋ ਸਿਸਟਮ ਮਤਲਬ ਅੱਗੇ ਆਉਂਦਾ, ਅੱਗੇ ਮਤਲਬ ਸ਼ੁਰੂ ਹੋ ਜਾਂਦਾ ਹੈ, ਕਿਸਾਨ ਸੈਲੋ ਦੇ ਵਿੱਚ ਹੀ ਆਪਣਾ ਜਿਹੜੀ ਫਸਲ ਹੈ ਉਹ ਲੈ ਕੇ ਜਾਂਦੇ ਨੇ, ਤੁਹਾਨੂੰ ਕੀ ਲੱਗਦਾ ਵੀ ਇਸ ਦੇ ਨਾਲ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ? ਪਹਿਲਾਂ ਲੋਕਾਂ ਨੂੰ ਲੱਗੇਗਾ ਕਿ ਫਾਇਦਾ ਹੋ ਰਿਹਾ ਜੀ, ਉਹ ਲਾਲਚ ਦਿੰਦੇ ਹੁੰਦੇ ਆ। ਹਰੇਕ ਕਾਰਪੋਰੇਟ ਸੈਕਟਰ, ਉਹ ਭਾਵੇਂ ਸਾਡਾ ਇੰਟਰਨੈਟ ਦੇ ਕਿੰਨੇ ਚੱਲਦੇ ਨੇ, ਪਹਿਲਾਂ ਕਿੰਨੇ ਸਸਤੇ ਆਉਂਦੇ ਨੇ, ਪਹਿਲਾਂ ਫ੍ਰੀ ਵੀ ਆਉਂਦੇ ਨੇ ਜੀ, ਪਹਿਲਾਂ ਉਹ ਵੀ ਫਾਇਦਾ ਦੇਣਗੇ। ਇੱਕ ਕੁਆਂਟਲ ਪਿੱਛੇ ਹੋ ਸਕਦਾ ਕਿਸਾਨ ਨੂੰ ਲੱਗੇ ਮੈਨੂੰ 200 ਦਾ ਫਾਇਦਾ ਹੋ ਗਿਆ, 300 ਦਾ ਫਾਇਦਾ ਹੋ ਗਿਆ। ਜਦੋਂ ਇੱਧਰਲਾ ਟੁੱਟ ਜਾਏਗਾ ਸਿਸਟਮ ਮੰਡੀ ਵਾਲਾ, ਸਾਰੇ ਲੋਕ ਉੱਧਰ ਲੱਗ ਜਾਣਗੇ, ਤਾਂ ਉਹ ਫਿਰ ਕੀ ਕਰਨਗੇ? ਉਹ ਸਾਰੇ ਜਿਹੜੀਆਂ ਫੈਸਿਲਿਟੀਜ਼ ਤੇ ਬੈਨੀਫਿਟਸ ਦੇ ਰਹੇ ਆ ਉਹ ਸਾਰੇ ਉਹ ਵਾਪਸ ਲੈ ਲੈਂਦੇ ਆ। ਤਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੇਮ ਸ਼ੁਰੂ ਕਰਨ ਲਈ ਜਿਵੇਂ ਹਰ ਵਪਾਰੀ ਕਰਦਾ, ਉਹ ਐਲਿਓਰਮੈਂਟ ਦਿੰਦਾ, ਉਹ ਤੁਹਾਨੂੰ ਫਾਇਦੇ ਦੇਣ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ। ਲੋਕ ਉਹ ਫਾਇਦਿਆਂ ਦੇ ਵਿੱਚ ਉਸ ਤੁਸੀਂ ਕਹਿ ਲਓ ਜਿਹੜਾ ਭਲਾਵਾ ਜਿਹਾ ਉਹ ਪੈਦਾ ਉਹ 'ਚ ਆ ਜਾਂਦੇ ਆ। ਜਦੋਂ ਪੂਰੀ ਤਰ੍ਹਾਂ ਸਿਸਟਮ ਉਹਦਾ ਰਨ ਹੋਣ ਲੱਗ ਜਾਂਦਾ ਜੀ, ਤਾਂ ਸਾਰੇ ਫੈਸਿਲਿਟੀਜ਼ ਔਰ ਫਾਇਦੇ ਜਿਹੜੇ ਨੇ ਉਹ ਵਾਪਸ ਲੈ ਲੈਂਦਾ, ਅਤੇ ਫਿਰ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ। ਪੁਰਾਣਾ ਸਿਸਟਮ ਟੁੱਟ ਚੁੱਕਾ, ਨਵੇਂ 'ਚ ਜਾਣਾ ਉਹਦੀ ਮਜਬੂਰੀ ਬਣ ਜਾਏਗਾ। ਇਸ ਕਰਕੇ ਸ਼ੁਰੂਆਤ ਦੇ ਵਿੱਚ ਫਾਇਦੇ, ਬਾਅਦ ਦੇ ਵਿੱਚ ਨੁਕਸਾਨ ਹੀ ਨੁਕਸਾਨ ਜੀ। ਪ੍ਰੋਫੈਸਰ ਸਾਹਿਬ ਸਰਕਾਰ ਵੱਲੋਂ ਇਹਨਾਂ
ਜਿਹੜੇ ਘਰਾਣੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ ਕਿਸਾਨੀ ਜਿਹੜੇ ਬਿੱਲ ਲੈ ਕੇ ਆਉਂਦੇ ਜਾਂਦੇ ਨੇ, ਪਰ ਜਿਹੜੇ ਕਿਸਾਨਾਂ ਵੱਲੋਂ ਲੰਬਾ ਸੰਘਰਸ਼ ਕੀਤਾ ਜਾਂਦਾ ਹੈ 11 ਮਹੀਨੇ ਦੇ ਲਗਭਗ, ਉਸ ਤੋਂ ਬਾਅਦ ਜਿਹੜੇ ਉਹ ਬਿੱਲ ਨੇ ਉਹ ਵਾਪਸ ਲੈ ਲਏ ਜਾਂਦੇ ਨੇ। ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਇਹ ਬਿੱਲ ਦੁਬਾਰਾ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਵੀ ਆ ਸਕਦੇ ਨੇ? ਬਹੁਤ ਜ਼ਿਆਦਾ ਸੰਭਾਵਨਾ ਹੈ ਜੀ। ਕਿਸਾਨਾਂ ਨੂੰ ਬਹੁਤ ਵਿਜੀਲੈਂਟ ਰਹਿਣਾ ਪਊਗਾ, ਕਿਸਾਨ ਯੂਨੀਅਨਸ ਨੂੰ ਬਹੁਤ ਵਿਜੀਲੈਂਟ ਰਹਿਣਾ ਪਊਗਾ, ਕਿਉਂਕਿ ਸਰਕਾਰਾਂ ਕੋਲ ਕਈ ਤਰੀਕੇ ਹੁੰਦੇ ਆ ਆਪਣੀ ਗੱਲ ਕਹਿਣ ਕਹਾਉਣ ਦੇ ਔਰ ਕਰਨ ਦੇ ਜੀ। ਇਸ ਕਰਕੇ ਉਹ ਕਿਸੇ ਵੀ ਵੇਲੇ ਆ ਜਿਹੜਾ 24 ਦੀਆਂ ਇਲੈਕਸ਼ਨਾਂ ਤੋਂ ਬਾਅਦ ਜੇ ਅਗਰ ਦੁਬਾਰਾ ਇਹ ਸਰਕਾਰ ਆ ਜਾਂਦੀ ਹੈ, ਜੇ ਕਿਸਾਨ ਇਸ ਨੂੰ ਜਾਂ ਤਾਂ ਕੰਟੇਨ ਕਰਨ ਲਈ ਪਹਿਲਾਂ ਹੀ ਸੋਚਣ ਕਿਸਾਨ ਕੀ ਕਰਨਾ, ਅਗਰ ਇਹ ਸਰਕਾਰ ਆ ਜਾਂਦੀ ਹੈ ਇਹਨਾਂ ਨੂੰ ਸਤਰਕ ਰਹਿਣਾ ਪਏਗਾ, ਉਹ ਕਿਸੇ ਵੀ ਰੂਪ ਦੇ ਵਿੱਚ ਨਵੇਂ ਕਾਨੂੰਨਾਂ ਨਾਲ ਇਹੀ ਹੋਈ ਕਾਨੂੰਨਾਂ ਦਾ ਕੰਟੈਂਟ ਜਿਹੜਾ ਇਹਦਾ ਸਾਰ ਹੈ ਜੀ ਉਹ ਕਿਸੇ ਬਦਲੀ ਹੋਈ ਸਥਿਤੀ 'ਚ ਲਿਆ ਸਕਦੇ ਨੇ ਜੀ। ਤੇ ਪ੍ਰੋਫੈਸਰ ਸਾਹਿਬ ਸਰਕਾਰ ਨੂੰ ਸੋਚਣਾ ਨਹੀਂ ਚਾਹੀਦਾ ਵੀ ਜਿਹੜੇ ਕਿਸਾਨ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣ, ਨਾ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ? ਕਿਉਂਕਿ ਜਦੋਂ ਗੱਲ ਕਰੀਏ ਹਰੀ ਕ੍ਰਾਂਤੀ ਦੀ ਤਾਂ ਪੰਜਾਬ ਦੇ ਵਿੱਚ ਪੰਜਾਬ ਵੱਲੋਂ ਵੀ ਜਿਹੜੇ ਸਭ ਤੋਂ ਵੱਧ ਜਿਹੜਾ ਉਹ ਫਸਲ ਦੇ ਭੰਡਾਰ ਪੈਦਾ ਕੀਤੇ ਗਏ। ਕੀ ਲੱਗਦਾ ਵੀ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ? ਦੇਖੋ ਇਹ ਦੇਰ ਜਾਂ ਸਵੇਰ ਜੀ, ਜਿੰਨੀ ਦੇਰ ਕਿਸਾਨਾਂ ਦੇ ਹੱਕ ਵਿੱਚ ਪਾਲਿਸੀਆਂ ਨਹੀਂ ਬਣਦੀਆਂ, ਕਿਉਂਕਿ ਦੇਖੋ ਆਪਣੇ ਵਰਗੇ ਜਿਹੜੇ ਮੁਲਕ ਨੇ ਨਾ ਇਹ ਰੂਰਲ ਤੁਸੀਂ ਕਹਿ ਲਓ ਕਿ ਜ਼ਿਆਦਾ ਆਬਾਦੀ ਵਾਲੇ ਦੇਸ਼ ਹੈ ਜੀ। ਇਸ ਵੇਲੇ ਵੀ ਜੇ 50% ਦੇ ਨਜ਼ਦੀਕ ਜਿਹੜੀ ਆ ਮੋਰ ਦੈਨ 50% 60% ਤੱਕ ਲੋਕ ਜਿਹੜੇ ਆ ਉਹ ਖੇਤੀ ਵਾਲੇ ਖੇਤਰ ਦੇ ਉੱਤੇ ਡਿਪੈਂਡੈਂਟ ਹੈ, ਭਾਵੇਂ ਉਹ ਸਿੱਧੇ ਖੇਤੀ ਨਾਲ ਜੁੜੇ ਹੋਏ ਆ ਭਾਵੇਂ ਅਸਿੱਧੇ ਰੂਪ ਵਿੱਚ ਜੁੜੇ ਹੋਏ ਆ। ਸਭ ਤੋਂ ਵੱਡਾ ਖੇਤਰ ਹੈ ਐਮਪਲਾਇਮੈਂਟ ਦਾ ਵੀ ਇਹੋ ਹੀ ਹੈ ਜੀ। ਇਸ ਕਰਕੇ ਅਗਰ ਲੋਕਾਂ ਨੇ ਕਿਸੇ ਵੀ ਦੇਸ਼ ਦੀ ਸਰਕਾਰ ਨੇ ਆਪਣੇ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ, ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਅਨਪਲਾਇਮੈਂਟ ਹੈ। ਲੋਕ ਬੇਹੱਦ ਵਿਹਲੇ ਹੈ, ਕਿਸਾਨਾਂ ਦੀ ਆਰਥਿਕਤਾ ਮਾੜੀ ਹੈ, ਪੇਂਡੂ ਜਿਹੜੀ ਆਰਥਿਕਤਾ ਬਹੁਤ ਪਿੱਛੇ ਹੈ। ਤਾਂ ਜੇ ਦੇਸ਼ ਦਾ ਬੈਲੈਂਸਡ ਜਿਹਨੂੰ ਡਿਵੈਲਪਮੈਂਟ ਕਹਿੰਦੇ ਆ, ਇਹ ਸਮਵਰਤੀ ਜਿਹੜਾ ਵਿਕਾਸ ਹੈ ਵੀ ਸਾਰਿਆਂ ਦਾ ਵਿਕਾਸ ਹੋਵੇ, ਇਕੱਲੇ ਸ਼ਹਿਰੀਆਂ ਦਾ ਨਾ ਹੋਵੇ, ਇਕੱਲੇ ਮੁਲਾਜ਼ਮ ਵਰਗ ਦਾ ਨਾ ਹੋਵੇ, ਜੇ ਸਾਰਿਆਂ ਦਾ ਵਿਕਾਸ ਕਰਨਾ ਤਾਂ ਖੇਤੀ ਬੜਾ ਮੁੱਖ ਧੰਦਾ ਹੈ। ਵੱਡੇ ਪੱਧਰ ਤੇ ਦੁਨੀਆ ਨੂੰ ਇਹ ਸੰਭਾਲੀ ਆਪਣੇ ਦੇਸ਼ ਦੇ ਸਮਾਜ ਦੇ ਵੱਡੇ ਖੇਤਰ ਨੂੰ ਸੰਭਾਲੀ ਬੈਠੀ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਕਰੋਨਾ ਦੇ ਵਿੱਚ ਸਾਰਾ ਸਿਸਟਮ ਖਲੋ ਗਿਆ ਸੀ, ਫੈਕਟਰੀਆਂ ਬੰਦ ਹੋ ਗਈਆਂ ਸੀ, ਦਫ਼ਤਰ ਬੰਦ ਹੋ ਗਏ ਸੀ, ਸ਼ਹਿਰਾਂ ਤੋਂ ਲੋਕ ਪਿੰਡਾਂ ਵੱਲ ਨੂੰ ਤੁਰ ਪਏ ਸੀ। ਉਦੋਂ ਕਿਸਾਨੀ ਨੇ ਸੰਭਾਲੀ ਹੈ ਦੁਨੀਆ ਜੀ। ਜਿਹੜੇ ਮੋਟਰ ਤੇ ਲੋਕ ਮਜ਼ਦੂਰ ਬੈਠੇ ਨੇ ਉਹ ਨਹੀਂ ਉੱਥੋਂ ਸਮਾਨ ਚੁੱਕ ਕੇ ਗਏ, ਕਿਉਂਕਿ ਉਹਨਾਂ ਨੂੰ ਰੋਟੀ ਮਿਲਦੀ ਸੀ, ਪਾਣੀ ਮਿਲਦਾ ਸੀ, ਦੁੱਧ ਵੀ ਮਿਲਦਾ ਸੀ, ਸਾਰਾ ਕੁਝ ਮਿਲਦਾ ਸੀ। ਕਰੋਨਾ ਵਰਗੀ ਸਥਿਤੀ ਵਿੱਚ ਜਦੋਂ ਸਾਰਾ ਸਮਾਜ ਖਲੋ ਗਿਆ ਸੀ, ਇੱਕ ਵਾਰੀ ਸਾਰਾ ਕੁਝ ਉਦੋਂ ਵੀ ਕਿਸਾਨੀ ਨੇ ਹੀ ਦੁਨੀਆ ਬਚਾਈ, ਕਿਸਾਨੀ ਨੇ ਹੀ ਵੱਡਾ ਜਿਹੜਾ ਵਰਗ ਹੈ ਉਸ ਮੁਲਕ ਦਾ ਉਹ ਬਚਾਇਆ, ਉਹ ਲੋਕਾਂ ਦੀ ਬਾਂਹ ਫੜੀ। ਇਸ ਕਰਕੇ ਕਿਸਾਨੀ ਨੂੰ ਬਚਾਉਣਾ, ਐਗਰੋ ਸੈਕਟਰ ਨੂੰ ਬਚਾਉਣਾ, ਅਗਰੇਰੀਅਨ ਜਿਹੜਾ ਸੈਕਟਰ ਹੈ ਉਹਨੂੰ ਬਚਾਉਣਾ ਸਰਕਾਰ ਲਈ ਆਪ ਲਾਹੇਵੰਦ ਹੋਏਗਾ। ਲੋਕਾਂ ਦੀ ਪਰਚੇਜ਼ਿੰਗ, ਅਗਰ ਕਿਸਾਨ ਦੀ ਆਮਦਨ ਵਧੇਗੀ, ਕਿਸਾਨੀ ਨਾਲ ਜੁੜੇ ਲੋਕਾਂ ਦੀ ਆਮਦਨ ਵਧੇਗੀ, ਉਹ ਮਾਰਕੀਟ 'ਚ ਜਾਣਗੇ, ਉਹ ਚੀਜ਼ਾਂ ਖਰੀਦਣਗੇ, ਉਹਦੇ ਨਾਲ ਹੋਰ ਪ੍ਰੋਡਕਸ਼ਨ ਹੋਏਗੀ। ਤਾਂ ਜੇ ਵਿਕਾਸ ਵੀ ਕਰਨਾ ਤਾਂ ਉਹਦਾ ਬੇਸਿਕ ਇਕਨੋਮਿਕਸ ਦਾ ਵੀ ਇਹੋ ਸਿਧਾਂਤ ਹੈ ਕਿ ਹਰ ਵਿਅਕਤੀ ਦੀ ਜੇਬ ਵਿੱਚ ਕੁਛ ਆਵੇ, ਫਿਰ ਹੀ ਡਿਵੈਲਪਮੈਂਟ ਹੁੰਦੀ ਹੈ। ਕਿਸਾਨੀ ਨੂੰ ਇਸ ਸੰਕਟ 'ਚ ਕੱਢਣ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ, ਪ੍ਰੋ ਪੈਜ਼ੈਂਟਸ ਪ੍ਰੋ ਫਾਰਮਰਸ ਪਾਲਿਸੀਆਂ ਲੈ ਕੇ ਆਉਣੀਆਂ ਚਾਹੀਦੀਆਂ। ਕੱਲਾ ਜਿਹੜਾ ਆਪਾਂ ਕਾਰਪੋਰੇਟ ਸੈਕਟਰ ਕਹਿੰਦੇ ਆ, ਇੰਡਸਟਰੀਅਲ ਸੈਕਟਰ ਕਹਿੰਦੇ ਆ, ਇਹਦੇ ਇਕੱਲੇ ਨਾਲ ਦੇਸ਼ ਦੀ ਸਮੁੱਚਾ ਵਿਕਾਸ ਨਹੀਂ ਹੁੰਦਾ ਜੀ। ਦੇਖੋ ਇਹ ਸਨ ਸਾਡੇ ਨਾਲ ਪ੍ਰੋਫੈਸਰ ਬਾਵਾ ਸਿੰਘ, ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਕਿਉਂ ਕਿਸਾਨੀ ਨੂੰ ਜਿਹੜਾ ਹੈ ਉਹ ਘਾਟੇ ਦਾ ਸੌਦਾ ਬਣਾਇਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣੇ ਕਿਸਾਨੀ ਨੂੰ ਕਿਉਂ ਹਥਿਆਉਣਾ ਚਾਹੁੰਦੇ ਨੇ। ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ ਤੁਹਾਡੇ ਦਰਸ਼ਕਾਂ ਦੇ, ਤੁਸੀਂ ਸਾਨੂੰ ਰੂਬਰੂ ਕੀਤਾ ਜੀ।